पुरख निरभौ निर्वैर अकाल मूरत अजूनी सैभं गुर प्रसाद। जप आदि सच जुगाद सच भी सच नानक होसी भी सच। मैं मूर्ख की केतक बात है कोट पराधी तरियारे। गुरु नानक जिन सुनिया पेखिया से फिर गरभास न परियारे। सतनाम श्री वाहिगुरु जी। वडहंस महला पहला घर दूजा। मोरी रुण चुन लाया भैणे सामने आया। मोरी रुण चुन लाया भैणे सामने आया। तेरे मुंद कटारे जेवड़ा तिन लोभी लोभ लुभाया। तेरे दर्शन विटों खनिया वंजा तेरे नाम विटों कुर्बानो। जा तू ता मैं मान किया है तुद बिन केहा मेरा मानो। चूड़ा भन पलंग स्यों मुंदे सण बाही सण बाहा। एते वेस करेंदिए मुंदे सौ रातो अवराहा। नाम नियार ना चूड़िया ना से वंगड़िया। जो सह कंठ ना लगिया जलन से बाहड़िया। सब सैया सौ रावण गईया हों दाधी कै दर जावा। अमाली हों खरी सुचजी तैसै एक न भावा। माठ गुदाई पट्टियाँ भरिए मांग संधूरे। अगै गई ना मनिया मरों विसूर विसूरे। मैं रोवंदी सब जग रुना रुनड़े बनहों पंखेरू। एक ना रुना मेरे तन का बिरहा जिन्हों पिरहों विछोड़ी। सुपने आया पी गया मैं जल भरिया रोए। आए न सका तुझ कन प्यारे भेज न सका कोए। आओ सुभागी नींदड़िए मत सहो देखा सोए। तै साहिब की बात जे आखै कहो नानक क्या दीजै। सीस वड्डे कर बैसण दीजै विण सिर सेव करीजै। क्यों ना मरीजै जीअड़ा ना दीजै जां सो भया विडाणा। वाहिगुरू जी का खालसा वाहिगुरू जी की फतेह। परम सन्मानयोग गुरु रूप गुरु खालसा साध संगत जी। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਦੇ ਮਹਾਵਾਕ ਅਨੁਸਾਰ ਮਹਾਰਾਜ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ। ਆਪ ਜੀ ਨੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਮੇਲੇ ਕੀਤੇ ਹਨ। ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਜੋ ਲੜੀਵਾਰ ਕਥਾ ਵਡੰਸ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਸ਼ਬਦਾਂ ਦੀ ਚੱਲ ਰਹੀ ਹੈ, ਇਸ ਲੜੀਵਾਰ ਕਥਾ ਨਾਲ ਜੁੜ ਜਾਈਏ। ਪਿਆਰ ਨਾਲ ਆਖੀਏ ਸਤਿਨਾਮ ਸਾਹਿਬ ਜੀ। ਸਤਿਨਾਮ ਸ੍ਰੀ ਵਡਹੰਸ ਮਹੱਲਾ ਪਹਿਲਾ ਘਰ ਦੂਜਾ। ਮਹਾਰਾਜ ਸਾਹਿਬ ਜੀ ਪਹਿਲੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸ਼ਬਦ ਉਚਾਰਨ ਕੀਤਾ ਹੈ। ਦੂਜੇ ਘਰ ਵਿੱਚ ਗਾਣ ਦਾ ਇਸ਼ਾਰਾ ਦਿੱਤਾ ਹੈ। ਮੋਰੀ ਰੁਣ ਚੁਣ ਲਾਇਆ ਭੈਣੇ ਸਾਹਮਣੇ ਆਇਆ। ਇੱਕ ਉੱਤਮ ਜਗਿਆਸੂ ਮੱਧਮ ਜਗਿਆਸੂ ਨੂੰ ਉਪਦੇਸ਼ ਦੇ ਰਹੀ ਹੈ, ਦੱਸ ਰਹੀ ਹੈ। ਜਿਵੇਂ ਦੋ ਸਹੇਲੀਆਂ ਹੁੰਦੀਆਂ, ਇੱਕ ਵਿਆਹੀ ਹੁੰਦੀ ਹੈ, ਇੱਕ ਕੁਆਰੀ ਹੁੰਦੀ ਹੈ। ਵਿਆਹੀ ਹੋਈ ਆਪਣੀ ਛੋਟੀ ਭੈਣ ਨੂੰ, ਸਹੇਲੀ ਨੂੰ
ਆਪਣੇ ਪਤੀ ਦੇ ਆਨੰਦ ਦੀ ਗੱਲ ਦੱਸਦੀ ਹੈ। ਵੈਸੇ ਇਸਤਰੀ ਆਪਣੇ ਪਤੀ ਦੀ ਗੱਲ ਕਿਸੇ ਦੂਸਰੇ ਨੂੰ ਨਹੀਂ ਦੱਸਦੀ। ਕਿਤੇ ਵੀ ਕੋਈ ਪੁੱਛ ਲਵੇ ਤਾਂ ਨੇਤਰ ਨੀਵੇਂ ਕਰ ਲੈਂਦੀ ਹੈ, ਪਰ ਇੱਕ ਜਗ੍ਹਾ 'ਤੇ ਉਹ ਉਛਲ ਕੇ ਉਹਦਾ ਮਨ ਉਮੰਗ ਕਰਦਾ ਵੀ ਮੈਂ ਦੱਸਾਂ, ਉਹ ਉਹਦੀ ਸਹੇਲੀ ਹੁੰਦੀ ਹੈ। ਗੁਰਬਾਣੀ ਵਿੱਚ ਮਹਾਰਾਜ ਨੇ ਬਹੁਤ ਜਗ੍ਹਾ 'ਤੇ ਇਸ ਅਲੰਕਾਰ ਨੂੰ ਵਰਤਿਆ। ਗੁਰਮੁਖ ਸਖੀ ਸਹੇਲੀ ਮੇਰੀ, ਮੋਕੋ ਦੇਵੋ ਦਾਨ ਹਰ ਪ੍ਰਾਣ ਜਿਵਾਇਆ, ਹਮ ਹੋਵੇਂ ਲਾਲੇ ਗੋਲੇ ਗੁਰਸਿੱਖਾਂ ਕੇ। ਇਸ ਤਰ੍ਹਾਂ ਮਹਾਰਾਜ ਨੇ ਬਹੁਤ ਸਾਰੇ ਸ਼ਬਦਾਂ ਵਿੱਚ ਸਖੀ ਸਹੇਲੀ, ਮੇਰੇ ਹਿਰਦਾ ਆਨੰਦ, ਉਮਕਿਓ ਹੀਓ ਮਿਲਣ ਪ੍ਰਭ ਤਾਈ, ਜਾਂ ਹੋਰ ਇਸ ਤਰ੍ਹਾਂ ਦੇ ਸ਼ਬਦ ਹਨ ਜਿਹਦੇ ਵਿੱਚ ਅੰਦਰਲੀ ਅਵਸਥਾ ਸਹੇਲੀਆਂ ਪ੍ਰਤੀ ਦੱਸੀ ਹੈ। ਸੋ ਇੱਥੇ ਵੀ ਮਹਾਰਾਜ ਉੱਤਮ ਜਗਿਆਸੂ, ਉੱਤਮ ਸਹੇਲੀ ਜਿਹੜੀ ਆਪਣੇ ਪਰਮ ਆਨੰਦ ਨੂੰ ਪ੍ਰਾਪਤ ਕਰ ਚੁੱਕੀ ਹੈ, ਉਹ ਜਿਹੜੀ ਮੱਧਮ ਜਗਿਆਸੂ ਹੈ, ਅਜੇ ਮਿਲਣਾ ਚਾਹੁੰਦੀ ਹੈ, ਪਰ ਵਿੱਚ ਵਿਚਾਲੇ ਕਦੀ ਬਿਰਤੀ ਸੰਸਾਰ ਵੱਲ ਚਲੀ ਜਾਂਦੀ ਹੈ, ਕਦੀ ਪਰਮੇਸ਼ਰ ਨੂੰ ਮਿਲਣ ਦਾ ਵੀ ਮਨ ਵਿੱਚ ਖਿਆਲ ਹੁੰਦਾ ਹੈ। ਉਸ ਨੂੰ ਮੱਧਮ ਜਗਿਆਸੂ ਕਹਿੰਦੇ ਹਨ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਮ ਸਹੇਲੀ ਹੋ ਕੇ ਸਾਡੇ ਵਰਗੇ ਗੁਰਸਿੱਖਾਂ ਨੂੰ, ਭਾਵ ਜਿਹੜੇ ਅਸੀਂ ਅਜੇ ਪੂਰੇ ਨਹੀਂ ਹਾਂ, ਅਧੂਰੇ ਹਾਂ, ਉਪਦੇਸ਼ ਦਿੰਦੇ ਹਨ। ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ। ਦੇਖ ਭੈਣੇ, ਸਾਵਣ ਦਾ ਮਹੀਨਾ ਆ ਗਿਆ। ਸਾਵਣ ਦੇ ਆਉਣ ਦੀ ਇਸ ਗੱਲ ਤੋਂ ਸੰਭਾਵਨਾ ਹੋ ਰਹੀ ਹੈ ਵੀ ਮੋਰਾਂ ਨੇ ਪਹਿਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਨੇ। ਬਾਗਾਂ ਵਿੱਚ ਮੋਰ ਬੋਲਦੇ ਨੇ ਅਤੇ ਉਹ ਸਾਵਣ ਨੂੰ ਉਡੀਕਦੇ ਨੇ। ਜਦੋਂ ਬੱਦਲ ਪੈਣੇ ਹੁੰਦੇ, ਕਾਲੀਆਂ ਘਟਾਵਾਂ ਚੜ੍ਹਨੀਆਂ ਹੁੰਦੀਆਂ, ਉਸ ਵੇਲੇ ਸਾਧ ਸੰਗਤ ਜੀ ਮੋਰ ਜਿਹੜੇ ਹਨ ਉਹ ਪਹਿਲਾਂ ਪਾਣੀਆਂ ਸ਼ੁਰੂ ਕਰ ਦਿੰਦੇ ਆ, ਆਪਣੇ ਗੀਤ ਗਾਣੇ ਸ਼ੁਰੂ ਕਰ ਦਿੰਦੇ ਹੈ। ਇਸੇ ਤਰ੍ਹਾਂ ਜਦੋਂ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਦਾ ਮੀਂਹ ਵਸਣਾ ਹੁੰਦਾ ਹੈ, ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਣੀ ਹੁੰਦੀ ਹੈ, ਉਦੋਂ ਮਨ ਦੇ ਵਿੱਚ ਜਗਿਆਸੂਆਂ ਦੇ ਕੁਦਰਤੀ ਚਾਅ, ਉਮਾ, ਆਨੰਦ, ਖੇੜਾ, ਉਮਕਿਓ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋਂ ਪ੍ਰਿਆ ਜਾਈ, ਇੱਦਾਂ ਦੀਆਂ ਤਰੰਗਾਂ ਉੱਠਦੀਆਂ ਰਹਿੰਦੀਆਂ ਹਨ। ਅਤੇ ਕੀਰਤਨ ਰੂਪੀ ਸੁਣ ਘਨ ਹਰ ਕੀ ਘੋਰ, ਕੀਰਤਨ ਰੂਪੀ ਮੋਰ ਜਿਹੜੇ ਹਨ ਬੋਲਦੇ ਹਨ। ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਅਖੀਰ 'ਚ ਭਾਈ ਸਾਹਿਬ ਕਹਿੰਦੇ ਪੀਰ ਮੁਰੀਦਾਂ ਪਿਰਹੜੀ ਉਹ ਨਿਭੈ ਨਾਲੇ। ਇਹ ਪ੍ਰੇਮਾ ਭਗਤੀ, ਇਹ ਗੁਰੂ ਘਰ ਦੇ ਵਿੱਚ ਸੇਵਾ ਕਰਨੀ, ਸਿਮਰਨ ਕਰਨਾ, ਅਭਿਆਸ ਕਰਨਾ, ਇਹ ਫਿਰ ਸਾਰਾ ਕੁਝ ਕੰਮ ਆਉਂਦਾ ਹੈ। ਕਈ ਲੋਕ ਪੁੱਛਦੇ ਆ ਵੀ ਇਹਦਾ ਕੀ ਫਾਇਦਾ, ਕਥਾ ਕੀਰਤਨ ਦਾ, ਬਾਣੀ ਪੜ੍ਹਨ ਦਾ, ਨਿਤਨੇਮ ਕਰਨ ਦਾ, ਗੁਰਦੁਆਰੇ ਜਾਣ ਦਾ, ਲੰਗਰ ਸੇਵਾ ਕਰਨ ਦਾ। ਇਹ ਸਾਧ ਸੰਗਤ ਜੀ ਪਤਾ ਲੱਗੇਗਾ ਜਦੋਂ ਅਸੀਂ ਇਸ ਮਾਰਗ 'ਤੇ ਤੁਰਾਂਗੇ। ਅਸੀਂ ਬਾਹਰ ਸਮੁੰਦਰ ਦੇ ਕਿਨਾਰੇ 'ਤੇ ਖਲੋਤੇ ਹੀ ਗੱਲਾਂ ਕਰੀ ਜਾਂਦੇ ਹਾਂ, ਕੁਛ ਵੀ ਪਤਾ ਨਹੀਂ ਹੁੰਦਾ। ਜੇ ਅਸੀਂ ਸਮੁੰਦਰ ਦੀ ਗਹਿਰਾਈ 'ਚ ਜਾਵਾਂਗੇ ਤਾਂ ਹੀਰੇ ਰਤਨ ਲਭਨ, ਬੜੇ ਹੀਰੇ ਮੋਤੀ ਰਤਨ ਜਵਾਹਰਾਤ ਲੱਭਦੇ ਹਨ। ਸੋ ਇਸ ਤਰ੍ਹਾਂ ਜਦੋਂ ਪਰਮੇਸ਼ਰ ਦੇ ਮਿਲਣ ਦਾ ਸਮਾਂ ਨੇੜੇ ਆ ਜਾਂਦਾ ਹੈ, ਉਦੋਂ ਮੋਰ ਭਾਵ ਗੁਰਸਿੱਖ ਜਿਹੜੇ ਹਨ, ਗੁਰੂ ਕੇ ਪਿਆਰੇ, ਉਮਗ ਕੇ ਗੁਰਬਾਣੀ ਗਾਉਂਦੇ ਹਨ। ਅਤੇ ਭੈਣੇ ਸਾਵਣ ਆਇਆ, ਹੇ ਮੇਰੀਏ ਭੈਣੇ, ਹੇ ਮੇਰੀ ਸਹੇਲੀਏ, ਐਸਾ ਸਮਾਂ, ਸ਼ੁਭ ਸਮਾਂ ਨੇੜੇ ਆ ਗਿਆ ਹੈ। ਤੇਰੇ ਮੁੰਦ ਕਟਾਰੇ ਜੇਵੜਾ, ਤਿਨ ਲੋਭੀ ਲੋਭ ਲੁਭਾਇਆ। ਮੁੰਦ ਨਾਮ ਇਸਤਰੀ ਦਾ ਹੈ। ਹੇ ਇਸਤਰੀ, ਤੇਰੇ ਜਿਹੜੇ ਨੇਤਰ ਹਨ ਕਟਾਕਸ਼ ਕਰਨ ਵਾਲੇ, ਉਹ ਕਟਾਰਾਂ ਵਰਗੇ ਤਿੱਖੇ ਹਨ। ਜੇਵੜਾ ਭਾਵ ਜਿਹੜੇ ਕੇਸਾਂ ਦੀਆਂ ਬਣਾਈਆਂ ਹੋਈਆਂ ਗੁੱਤਾਂ ਹੁੰਦੀਆਂ ਨੇ, ਉਹ ਇੱਕ ਰੇਸ਼ਮੀ ਧਾਗੇ ਦੇ ਨਾਲ, ਅਕਸਰ ਪਰਾਂਦਾ ਵੀ ਕਹਿ ਦਿੰਦੇ ਨੇ,
ਉਹ ਪਰਾਂਦੇ ਦੇ ਨਾਲ ਗੁੰਦੀਆਂ ਜਾਂਦੀਆਂ ਨੇ। ਕਹਿੰਦੇ ਹੇ ਜੀਵ ਰੂਪੀ ਇਸਤਰੀ, ਤੇਰੇ ਨੇਤਰਾਂ ਦਾ ਕਟਾਕਸ਼ ਭਾਵ ਪ੍ਰੇਮਾ ਭਗਤੀ ਦਾ ਜੋ ਵਾਹਿਗੁਰੂ ਪ੍ਰਤੀ ਵਿਹਾਰ ਹੈ, ਉਹ ਇੱਕ ਮਨ ਨੂੰ ਮੋਹਣ ਵਾਲਾ ਹੈ। ਉਹ ਇੱਕ ਜੇਵੜਾ ਕਹੀਏ ਰੱਸੀ ਹੈ, ਜਿਵੇਂ ਰੱਸੀ ਦੇ ਨਾਲ ਕਿਸੇ ਨੂੰ ਬੰਨ੍ਹ ਲਈਦਾ ਹੈ ਨਾ। ਹੇ ਜੀਵ ਰੂਪੀ ਇਸਤਰੀ, ਤੂੰ ਆਪਣੇ ਨੇਤਰਾਂ ਦੇ ਕਟਾਰੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਮੋਹ ਲਿਆ ਹੈ, ਅਥਵਾ ਉਸ ਨੂੰ ਆਪਣੇ ਜੇਵੜੇ ਰੱਸੀ 'ਚ ਬੰਨ੍ਹ ਲਿਆ ਹੈ। ਹਮ ਪ੍ਰੇਮ ਬੰਧਨ ਤੁਮ ਬਾਂਧੇ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਇਸ ਤਰ੍ਹਾਂ ਤਿੰਨ ਲੋਭੀ ਲੋਭ ਲੁਭਾਇਆ। ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੂੰ ਲੁਭਾਏਮਾਨ ਕਰ ਲਿਆ, ਭਾਵ ਉਸ ਨੂੰ ਵਸ ਕਰ ਲਿਆ। ਅਤੇ ਫਿਰ ਉਸ ਨੂੰ ਜਗਿਆਸੂ ਇਸਤਰੀ ਕਹਿੰਦੀ ਹੈ, ਤੇਰੇ ਦਰਸ਼ਨ ਵਿਟੋਂ ਖੰਨੀਆਂ ਵੰਜਾਂ, ਤੇਰੇ ਨਾਮ ਵਿਟੋਂ ਕੁਰਬਾਨੋ। ਹੇ ਵਾਹਿਗੁਰੂ, ਤੇਰੇ ਦਰਸ਼ਨ ਤੋਂ ਮੈਂ ਖੰਨੀਆਂ ਵੰਜਾਂ। ਖੰਨੀਆਂ ਦਾ ਅਰਥ ਹੁੰਦਾ ਵੀ ਟੋਟੇ ਟੋਟੇ ਹੋ ਜਾਵਾਂ। ਤੇਰੇ ਦਰਸ਼ਨਾਂ ਦੇ ਬਦਲੇ ਜੇ ਮੈਨੂੰ ਆਪਣੇ ਬੰਦ ਵੀ ਕਟਾਣੇ ਪੈਣ, ਤਾਂ ਵੀ ਮੈਂ ਤੇਰੇ ਦਰਸ਼ਨਾਂ ਦਾ ਮੁੱਲ ਥੋੜ੍ਹਾ ਸਮਝਦੀ ਹਾਂ। ਭਾਵ ਤੇਰੇ ਮੁੱਲ ਦਾ ਕੋਈ ਵੀ ਪਦਾਰਥ ਨਹੀਂ ਹੈ, ਸਾਰਾ ਕੁਛ ਮੈਂ ਵਾਰ ਦਿਆਂ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ। ਤੇਰੇ ਨਾਮ ਬਿਟੋਂ ਕੁਰਬਾਨ, ਤੇਰੇ ਨਾਮ ਤੋਂ ਮੈਂ ਕੁਰਬਾਨ ਜਾਵਾਂ। ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ। ਅੱਗੋਂ ਉੱਤਮ ਜਗਿਆਸੂ ਨੇ ਆਖਿਆ ਵੀ ਫਿਰ ਤੂੰ ਮਾਣ ਕੀਤਾ ਹੋਵੇਗਾ। ਉਹ ਕਹਿੰਦੀ ਨਹੀਂ, ਮਾਣ ਤਾਂ ਮੇਰਾ ਤੇਰੇ ਨਾਲ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਜੇ ਤੂੰ ਹੈ ਤਾਂ ਹੀ ਮੈਂ ਮਾਣ ਕਰ ਸਕਦੀ ਹਾਂ, ਤੇਰੇ ਤੋਂ ਬਿਨਾਂ ਮੇਰਾ ਕਾਹਦਾ ਮਾਣ। ਇੱਕ ਇਸਤਰੀ ਦਾ ਮਾਣ ਉਹਦੇ ਪਤੀ ਨਾਲ ਹੁੰਦਾ ਹੈ। ਇਹ ਗੱਲ ਪੁਰਾਣੀਆਂ ਇਸਤਰੀਆਂ ਜਿਹੜੀਆਂ ਸਨ ਉਹ ਬੜੀ ਬਰੀਕੀ ਨਾਲ ਸਮਝਦੀਆਂ ਸਨ। ਅੱਜ ਕੱਲ੍ਹ ਦੇ ਲੋਕ ਭਾਵੇਂ ਬਹੁਤੇ ਪੜ੍ਹੇ ਲਿਖੇ ਹਨ, ਯੂਨੀਵਰਸਿਟੀਆਂ ਕਾਲਜਾਂ ਸਾਡੀਆਂ ਧੀਆਂ ਭੈਣਾਂ ਬਹੁਤ ਪੜ੍ਹ ਗਈਆਂ, ਅਤੇ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਵੀ ਕਿੰਤੂ ਪਰੰਤੂ ਕਰਨ ਲੱਗਦੀਆਂ, ਦੇਰ ਨਹੀਂ ਲਾਉਂਦੀਆਂ। ਮਿੰਟ ਵਿੱਚ ਹੀ ਆ ਕੇ ਜੋ ਪ੍ਰੋਫੈਸਰਾਂ ਨੇ ਉਹਨਾਂ ਨੂੰ ਊਟ ਪਟਾਂਗ ਪੜ੍ਹਾਇਆ ਹੁੰਦਾ ਨਾ ਸਕੂਲਾਂ ਕਾਲਜਾਂ 'ਚ, ਉਹ ਗੁਰਬਾਣੀ 'ਤੇ ਵੀ ਲੱਦ ਦਿੰਦੀਆਂ ਨੇ। ਪਰ ਨਹੀਂ, ਬਾਣੀ ਕਹਿੰਦੀ ਹੈ ਇਸਤਰੀ ਰੂਪ ਚੇਰੀ ਕੀ ਨਿਆਈ, ਸੋਭ ਨਹੀਂ ਬਿਨ ਪਰਤਾਰੋ। ਇਸਤਰੀ ਰੂਪ ਚੇਰੀ ਕੀ ਨਿਆਈ। ਹੁਣ ਇੱਥੇ ਕੀ ਕਰ ਲਓਗੇ ਤੁਸੀਂ? ਬਰਾਬਰੀ ਦਾ ਰੌਲਾ ਪਾਈ ਜਾਂਦੇ। ਇੱਕ ਪੰਕਤੀ ਚੁੱਕੀ ਹੁੰਦੀ ਹੈ, ਭੰਡ ਜੰਮੀ ਹੈ ਭੰਡ ਨਿੰਮੀ ਹੈ, ਦੂਜਾ ਪੱਖ ਨਹੀਂ ਦੇਖਦੇ। ਗੁਰੂ ਗ੍ਰੰਥ ਸਾਹਿਬ 'ਚ ਸਾਰੇ ਪੱਖ ਨੇ। ਜੇ ਸਾਰੇ ਪੱਖ ਦੇਖੋਗੇ ਤਾਂ ਸਮਾਜ ਸੁਖੀ ਹੋਵੇਗਾ, ਲੋਕ ਪਰਲੋਕ ਸੁਖੀ ਹੋਵੇਗਾ। ਅਧੂਰਾ ਗਿਆਨ ਹਮੇਸ਼ਾ ਨੁਕਸਾਨ ਕਰਦਾ। ਖਾਲਸਾ ਜੀ, ਅੱਜ ਸਾਡੀ ਕੌਮ ਦੀ ਦੁਰਦਸ਼ਾ ਹੋ ਰਹੀ ਹੈ, ਉਹਦਾ ਕਾਰਨ ਇਹੀ ਅਸੀਂ ਗੁਰਬਾਣੀ ਦਾ ਅਧੂਰਾ ਗਿਆਨ ਰੱਖਿਆ ਹੈ। ਇੱਕ ਪੰਕਤੀ ਚੁੱਕ ਲਈ ਆਪਣੇ ਮਤਲਬ ਦੀ, ਉਹਦੀ ਵਿਆਖਿਆ ਕਰੀ ਗਏ ਧੜਾ ਧੜ, ਦੂਜਾ ਪੱਖ ਵੇਖਿਆ ਹੀ ਨਹੀਂ। ਜਦੋਂ ਕਿਤੇ ਉਹ ਪੰਕਤੀ ਸਾਹਮਣੇ ਆ ਗਈ, ਸਾਡੇ ਖਿਆਲ ਪੱਕੇ ਹੁੰਦੇ ਨੇ ਪਹਿਲਾਂ ਹੀ। ਅਸੀਂ ਕਹਿੰਦੇ ਇਹ ਮਨਮੱਤ ਹੈ। ਪਹਿਲਾਂ ਆਪਣੇ ਖਿਆਲ ਇੱਦਾਂ ਜਿਵੇਂ ਘੁਮਿਆਰ ਨੇ ਤਾਵੇ ਦੇ ਵਿੱਚ ਪਾ ਕੇ ਭਾਂਡਾ ਪਕਾਇਆ ਹੋਵੇ ਨਾ, ਅਤੇ ਕਿਤੇ ਜ਼ਿਆਦਾ ਸੇਕ ਲੱਗ ਜਾਏ ਤਾਂ ਜ਼ਿਆਦਾ ਹੀ ਨੀਲਾ ਜਿਹਾ ਹੋ ਜਾਂਦਾ। ਇੱਦਾਂ ਅਸੀਂ ਭੁੱਜੇ ਪਏ ਹਾਂ। ਸੱਚੀ ਪੁੱਛਿਓ, ਅਸੀਂ ਸੜੇ ਪਏ ਹਾਂ। ਖਿਆਲ ਸਾਡੇ ਇੱਦਾਂ ਦੇ ਬਣੇ ਪਏ ਹੈ ਵੀ ਗੁਰਬਾਣੀ ਉੱਤੇ ਕਿੰਤੂ ਪਰੰਤੂ ਮਿੰਟ 'ਚ ਹੀ ਕਰ ਦਿੰਦੇ। ਅਤੇ ਜੇ ਉਹਨਾਂ ਨੂੰ ਕਹੀਏ ਵੀ ਜਪਜੀ ਸਾਹਿਬ ਦਾ ਪਾਠ ਸੁਣਾ ਦਿਓ, ਮੂਲ ਮੰਤਰ ਨਹੀਂ ਕਰ ਸਕਦੇ, ਅਤੇ ਗੁਰਬਾਣੀ ਦੀ ਇੱਕ ਅੱਧੀ ਪੰਕਤੀ ਚੁੱਕੀ ਹੁੰਦੀ ਹੈ। ਸੋ ਇੱਥੇ ਮਹਾਰਾਜ ਸਾਹਿਬ ਜੀ ਨੇ ਬੜੇ ਭਾਵ ਵਾਲੇ ਸ਼ਬਦ ਕਹੇ ਨੇ, ਹੇ ਪਤੀ ਦੇਵ, ਜੇ ਤੂੰ ਹੈ ਤਾਂ ਹੀ ਮੇਰਾ ਮਾਣ ਹੈ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤਾਂ ਮੈਂ ਮਾਣ ਕੀਤਾ। ਤੁਧ ਬਿਨ ਕਿਹਾ ਮੇਰਾ ਮਾਣ, ਹੇ ਪਤੀ ਦੇਵ, ਤੇਰੇ ਤੋਂ ਬਿਨਾਂ ਮੇਰਾ ਕਾਹਦਾ ਮਾਣ ਹੈ। ਕੀ ਮਾਣ ਹੈ ਨਿਮਾਣੀ ਇਸਤਰੀ ਦਾ? ਸਾਧ ਸੰਗਤ ਜੀ, ਇਹ ਠੀਕ ਹੈ ਕਿ ਇਸਤਰੀ ਤੋਂ ਬਿਨਾਂ ਪਤੀ ਅਧੂਰਾ ਹੈ, ਪਤੀ ਤੋਂ ਬਿਨਾਂ
ਇਸਤਰੀ ਵੀ ਤਾਂ ਅਧੂਰੀ ਹੈ। ਅਸੀਂ ਇੱਕ ਪੱਖ ਲੈਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ। ਇਹ ਬੜੀ ਬ੍ਰਹਮ ਗਿਆਨੀ ਦੇ ਬੁੱਝਣ ਵਾਲੀ ਗੱਲ ਹੈ। ਹਰ ਬੰਦਾ ਇਸ ਗੱਲ ਨੂੰ ਨਹੀਂ ਬੁੱਝ ਸਕਦਾ। ਹਰ ਇਸਤਰੀ ਦੇ ਵਿੱਚ ਪੁਰਸ਼ ਹੈ। ਜੇ ਕੋਈ ਇਸਤਰੀ ਕਹੇ ਵੀ ਮੈਂ ਪੁਰਸ਼ ਤੋਂ ਬਿਨਾਂ ਹੀ ਹਾਂ, ਤਾਂ ਪਿਤਾ ਤੋਂ ਬਿਨਾਂ ਕਿਵੇਂ ਜੰਮ ਪਈ? ਜੇ ਕੋਈ ਪੁਰਸ਼ ਕਹੇ ਮੈਂ ਇਸਤਰੀ ਤੋਂ ਬਿਨਾਂ ਹੀ ਹਾਂ, ਤਾਂ ਮਾਂ ਤੋਂ ਬਿਨਾਂ ਕਿਵੇਂ ਜੰਮ ਪਿਆ? ਇਸ ਕਰਕੇ ਸਾਰਿਆਂ ਨੂੰ ਮਹਾਰਾਜ ਨੇ, ਪਰਮੇਸ਼ਰ ਨੇ ਸਾਡੇ ਅੰਦਰ ਜਿਹੜੇ ਨੇ ਉਹ ਤੱਤ ਪਾਏ ਹਨ। ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ, ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਸ਼ਿਵ ਤੇ ਸ਼ਕਤੀ ਕੀ ਹੈ? ਅਰਧ ਨਾਰੀ ਈਸ਼ਵਰ। ਅੱਧਾ ਸਰੂਪ ਇਸਤਰੀ ਦਾ ਹੈ, ਅੱਧਾ ਪੁਰਸ਼ ਦਾ ਹੈ। ਹਰ ਇੱਕ ਜੀਵ ਦੇ ਅੰਦਰ ਇਸੇ ਤਰ੍ਹਾਂ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ ਹੈ। ਹਾਂਜੀ, ਅਰਧਾਂਗਨੀ ਅੱਧਾ ਅੰਗ ਹੈ ਇਸਤਰੀ, ਅੱਧਾ ਪੁਰਸ਼ ਹੈ। ਤੋ ਇੱਕ ਦੂਜੀ ਦੇ ਨਾਲ ਇਹਨਾਂ ਦਾ ਬੜਾ ਡੂੰਘਾ ਸੰਬੰਧ ਹੈ। ਜਿਸ ਗਿਆਨ ਨੂੰ ਨਹੀਂ ਸਮਝਦੇ ਤੇ ਗੁਰਬਾਣੀ ਦੀ ਸਮਝ ਨਹੀਂ ਆਉਂਦੀ। ਮਹਾਰਾਜ ਕਹਿੰਦੇ ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਹੇ ਵਾਹਿਗੁਰੂ ਪਤੀ ਦੇਵ ਤੂੰ ਹੈ। ਆਤਮਾ ਹੈ ਪਤੀ ਤੇ ਇਹ ਕਾਇਆ ਹੈ ਉਸਦੀ ਪਤਨੀ। ਇਹ ਇੱਥੇ ਅੰਦਰ ਸਰੀਰ ਦੇ ਅੰਦਰ ਇਹ ਵੀ ਸ਼ਕਤੀ ਜਿਹੜੀ ਮੇਨ ਇਹ ਹੈ। ਆਤਮਾ ਪਤੀ ਹੈ ਅਤੇ ਜਿਹੜੀ ਇਹ ਕਾਇਆ ਹੈ ਇਹ ਉਹਦੀ ਪਤਨੀ ਹੈ। ਆਪਾਂ ਰੋਜ਼ ਮਾਰੂ ਰਾਗ ਦਾ ਸ਼ਬਦ ਪੜ੍ਹਦੇ ਹਾਂ, ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰਿਆ ਸੁਖਵਾਸੀ ਬਾਲ ਗੋਪਾਲੇ, ਤੁਝਾ ਬਿਨਾ ਹੋ ਕਿਤ ਹੀ ਨਾ ਲੇਖੈ, ਵਚਨ ਦੇ ਛੋੜ ਨਾ ਜਾਸਾ ਹੈ। ਇਸਤਰੀ ਕਹਿੰਦੀ ਹੈ ਹੇ ਪਤੀ ਦੇਵ ਤੂੰ ਮੇਰੇ ਕੋਲ ਰਵੀਂ, ਮੈਨੂੰ ਛੱਡ ਕੇ ਨਾ ਜਾਈਂ, ਇਹ ਪ੍ਰੋਮਿਸ ਕਰ ਮੇਰੇ ਨਾਲ। ਫਿਰ ਕਹਿਆ ਹੂੰ ਹੁਕਮੀ ਬੰਦਾ। ਇੱਥੇ ਫਿਰ ਕਿਹਨੂੰ ਕਿਹਾ? ਆਤਮਾ ਨੂੰ। ਅਤੇ ਪਤਨੀ ਕਿਹੜੀ ਹੈ? ਇਹ ਮਿੱਟੀ ਦੀ ਦੇਹੀ ਮੜੋਲੀ ਕਾਇਆ। ਇਹ ਕਹਿੰਦੀ ਆਤਮਾ ਨੂੰ ਤੂੰ ਮੇਰੇ ਨਾਲ ਰਵੀਂ, ਮੈਨੂੰ ਪ੍ਰੋਮਿਸ ਕਰ ਤੂੰ ਛੱਡ ਕੇ ਨਾ ਜਾਵੀਂ। ਉਹ ਅੱਗੋਂ ਕਹਿੰਦਾ ਵੀ ਮੈਂ ਹੁਕਮੀ ਬੰਦਾ ਹਾਂ, ਮੈਂ ਤਾਂ ਫੌਜ ਦੇ ਵਿੱਚ ਨੌਕਰੀ ਕਰਦਾ। ਜਦੋਂ ਹੁਕਮ ਆ ਜਾਏ ਮੈਨੂੰ ਫਟਾਫਟ ਜਾਣਾ ਪੈਂਦਾ, ਆਪਣੀ ਡਿਊਟੀ 'ਤੇ ਹਾਜ਼ਰ ਹੋਣਾ ਪੈਂਦਾ। ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਜਦੋਂ ਬੁਲਾਵੇਗਾ ਮੈਂ ਤੈਨੂੰ ਛੱਡ ਕੇ ਚਲਾ ਜਾਣਾ। ਤੋ ਜੋ ਪ੍ਰਿਆ ਬਚਨ ਕਹੇ ਧਨ ਸਾਚੇ, ਧਨ ਕਛੂ ਨਾ ਸਮਝਾ ਚੰਚਲ ਕਾਚੇ, ਬਹੁਰ ਬਹੁਰ ਫਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਉਹ ਕਹਿੰਦਾ ਵੀ ਮੈਂ ਚਲੇ ਜਾਣਾ, ਉਹ ਹਾਸਾ ਸਮਝਦੀ ਹੈ। ਕਹਿੰਦੀ ਐਵੇਂ ਕਹਿੰਦਾ ਇਹਨੇ ਕਿੱਥੇ ਜਾਣਾ, ਮੇਰੇ ਕੋਲ ਹੀ ਰਹੇਗਾ। ਆਈ ਆਗਿਆ ਪਿਰੋਂ ਬੁਲਾਇਆ, ਮਹਾਰਾਜ ਅਕਾਲ ਪੁਰਖ ਦੀ ਆਗਿਆ ਆ ਗਈ, ਉਹਨੇ ਬੁਲਾ ਲਿਆ। ਨਾ ਧਨ ਪੁੱਛੀ ਨਾ ਮਤਾ ਪਕਾਇਆ, ਊਠ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਕਹਿੰਦੇ ਮਿੱਟੀ ਨੂੰ ਛੱਡ ਕੇ ਇਸਤਰੀ ਨੂੰ ਪਤੀ ਚਲਾ ਗਿਆ। ਇਹ ਖੇਡ ਹੈ ਸੰਸਾਰ ਦੀ। ਤੋ ਸਾਧ ਸੰਗਤ ਜੀ ਇਹ ਸਾਰੀਆਂ ਗੱਲਾਂ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸੂਖਮ ਰੂਪ ਸਮਝਾਈਆਂ ਹਨ। ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਹੇ ਪਤੀ ਦੇਵ ਆਤਮਾ ਰੂਪ ਤੂੰ ਹੈ ਤਾਂ ਮੈਂ ਮਾਣ ਕੀਤਾ ਹੈ। ਤੁਧ ਬਿਨ ਕਿਹਾ ਮੇਰਾ ਮਾਣੋ, ਮੁਰਦਾ ਵੀ ਕਦੀ ਮਾਣ ਕਰਦਾ? ਜਿਉਂਦਾ ਹੀ ਮਾਣ ਕਰਦਾ। ਮੁਰਦਾ ਸਰੀਰ ਨੂੰ ਕੋਈ ਮਾਣ ਨਹੀਂ, ਭਾਵੇਂ ਉਹਨੂੰ ਜੇ ਮ੍ਰਿਤਕ ਕੋ ਬਿਸ਼ਟਾ ਮਾਏ ਰੁਲਾਈ, ਤਾਂ ਮ੍ਰਿਤਕ ਕਿਆ ਘਟ ਜਾਈ, ਨਾਲ ਹੀ ਸੁੱਟ ਦਿਓ ਪਿਆਰੇ। ਜਿੱਥੇ ਮਰਜ਼ੀ ਪਿਆਰੇ ਕਬਰ 'ਚ ਪਾ ਦਿਓ, ਕਬਰ 'ਚ ਦੱਬ ਦਿਓ, ਭਾਵੇਂ ਅੱਗ 'ਚ ਸਾੜ ਦਿਓ, ਉਹਨੇ ਕੁਛ ਨਹੀਂ ਕਹਿਣਾ। ਇਸ ਤਰ੍ਹਾਂ ਸਾਰਾ ਮਾਣ ਤਾਣ ਆਤਮਾ ਕਰਕੇ ਹੀ ਹੈ, ਵਾਹਿਗੁਰੂ ਪਰਮਾਤਮਾ ਕਰਕੇ ਹੀ ਹੈ। ਕਿਉਂਕਿ ਆਤਮਾ ਪਰਾਤਮਾ ਇੱਕੋ ਚੀਜ਼ ਹੈ, ਦੋ ਨਹੀਂ ਹਨ। ਚੂੜਾ ਭੰਨ ਪਲੰਗ ਸਿਉ ਮੁੰਦੇ, ਸਣ ਬਾਹੀ ਸਣ ਬਾਹਾ, ਏਤੇ ਵੇਸ ਕਰੇਂਦੀ ਹੈ ਮੁੰਦੇ, ਸੌ ਰਾਤੋ ਅਬਰਾਹਾ। ਇੱਥੇ ਬੜੇ ਡੂੰਘੇ ਭਾਵ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਥਨ ਕਰ ਰਹੇ ਨੇ। ਕਹਿੰਦੇ ਚੂੜਾ ਭੰਨ ਪਲੰਗ ਸਿਉ ਮੁੰਦੇ, ਸਣ ਬਾਹੀ ਸਣ ਬਾਹਾ। ਬਾਹੀ ਹੁਣ ਤਾਂ ਇਹ ਬੋਲੀ ਇਹ ਸਾਡੇ ਹੁੰਦਿਆਂ ਹੁੰਦਿਆਂ ਮੁੱਕਣ ਲੱਗੀ ਹੈ। ਪਹਿਲਾਂ ਤਾਂ ਸਾਰੇ ਪੰਜਾਬ 'ਚ ਪਤਾ ਹੀ ਹੁੰਦਾ ਸੀ ਵੀ ਮੰਜੇ ਦੀ ਬਾਹੀਂ, ਮੰਜੇ ਦਾ ਸੇਰੂ, ਮੰਜੇ ਦੀ ਬਾਹੀਂ। ਜਿਹੜੇ ਲੰਮੇ ਪਾਸੇ ਹੁੰਦੀ ਉਹਨੂੰ ਬਾਹੀਂ ਕਹਿੰਦੇ, ਜਿਹੜਾ ਸਿਰ ਵਾਲੇ ਪਾਸੇ ਦੇ ਪੈਂਦ ਵਾਲੇ ਪਾਸੇ ਉਹਨੂੰ ਸਿਰੋਂ ਕਹਿੰਦੇ ਸੀ। ਤਾਂ ਕਹਿੰਦੇ ਵੀ ਜਿਹੜੇ ਪਲੰਗ ਦੀਆਂ ਬਾਹੀਆਂ ਨੇ,
ਜਿਹੜੇ ਮੰਜੇ ਦੇ ਦੋ ਪਾਸੇ ਹਨ ਉਹਦੇ ਉੱਤੇ ਪਈ ਹੋਈ ਜੀਵ ਆਤਮਾ ਇਸਤਰੀ, ਅਤੇ ਪਤੀ ਉਹਦਾ ਦੂਜੇ ਪਾਸੇ ਕਿਸੇ ਹੋਰ ਕੋਲ ਹੈ, ਸਹੁਰਾ ਤੋਬਰਾ, ਉਹਨੂੰ ਕੋਈ ਹੋਰ ਇਸਤਰੀ ਮਿਲੀ ਹੋਈ ਹੈ, ਉਹਦੇ ਕੋਲ ਬੈਠਾ ਹੈ, ਅਤੇ ਉਹ ਤੜਫਦੀ ਹੈ ਵੀ ਮੇਰਾ ਪਤੀ ਦੂਜਿਆਂ ਕੋਲ ਹੈ, ਮੈਂ ਪਤੀ ਤੋਂ ਬਿਨਾਂ ਬੈਠੀ ਹਾਂ। ਤਾਂ ਉਸ ਵੇਲੇ ਫਿਰ ਉਹ ਕੀ ਕਰਦੀ, ਚੂੜਾ ਭੰਨ ਪਲੰਘ ਸਿਉ, ਜਿਹੜਾ ਹੱਥ ਵਿੱਚ ਚੂੜਾ ਪਾਇਆ ਨਾ, ਉਹ ਸਣ ਬਾਹਾਂ ਬਾਹੀਂ ਦੇ ਉੱਤੇ ਬਾਹਾਂ ਮਾਰਦੀ ਹੈ। ਬਾਹੀਂ ਯਾਨੀ ਜਿਹੜੀਆਂ ਉਹ ਮੰਜੇ ਦੀਆਂ ਬਾਹੀਆਂ ਨੇ, ਉਹਦੇ ਉੱਤੇ ਆਪਣੀਆਂ ਬਾਹਾਂ ਮਾਰ ਕੇ ਅਤੇ ਚੂੜਾ ਭੰਨ ਲੈਂਦੀ ਹੈ। ਚੂੜਾ ਭੰਨ ਪਲੰਘ ਸਿਉ ਮੁੰਦੇ, ਹੇ ਮੁੰਦੇ ਹੇ ਇਸਤਰੀਏ, ਤੂੰ ਆਪਣਾ ਚੂੜਾ ਭੰਨ ਲੈ। ਸਣ ਬਾਹਾਂ ਆਪਣੇ ਆਪ ਨੂੰ ਹੀ ਕਹਿ ਰਹੇ ਨੇ, ਕਿਉਂਕਿ ਆਪਣੇ ਅੰਦਰਲੀ ਆਵਾਜ਼ ਆਏ। ਇੱਕ ਇਸਤਰੀ ਮਹਿਸੂਸ ਕਰ ਸਕਦੀ ਹੈ ਜਿਹੜੀ ਆਪਣੇ ਪਤੀ ਨੂੰ ਪ੍ਰੇਮ ਕਰਦੀ ਹੋਵੇ, ਪਰ ਪਤੀ ਉਸ ਨੂੰ ਛੱਡ ਕੇ ਕਿਸੇ ਦੂਸਰੀ ਕੋਲ ਬੈਠਾ ਹੋਵੇ, ਅਤੇ ਉਸ ਤੋਂ ਬਿਨਾਂ ਉਹਨੂੰ ਪਤਾ ਵੀ ਹੋਰ ਮੇਰਾ ਕੋਈ ਸਹਾਰਾ ਨਹੀਂ। ਅਤੇ ਉਹ ਅਵਸਥਾ 'ਚ ਇੱਥੇ ਕਹਿੰਦੇ ਨੇ, ਇੱਥੇ ਵੇਸ ਕਰੇਂਦੀ ਹੈ ਮੁੰਦੇ, ਇੰਨੇ ਚੂੜੇ ਵੀ ਪਾ ਲਏ, ਇੰਨੇ ਮੈਂ ਹਾਰ ਸ਼ਿੰਗਾਰ ਕਰ ਲਏ, ਇੰਨੇ ਮੈਂ ਧਾਰਮਿਕ ਲਿਬਾਸ ਪਾ ਲਏ, ਮੈਂ ਬੋਦੀ ਵੀ ਰੱਖ ਲਈ, ਮੈਂ ਤਿਲਕ ਵੀ ਲਾ ਲਿਆ, ਮੈਂ ਜਨੇਊ ਵੀ ਪਾ ਲਿਆ, ਮੈਂ ਕਿਰਪਾਨ ਵੀ ਪਾ ਲਈ, ਮੈਂ ਕੜਾ ਵੀ ਪਾ ਲਿਆ, ਮੈਂ ਹਿੰਦੂ ਮੁਸਲਮਾਨ ਸਾਰਾ ਕੁਝ ਬਣ ਕੇ ਵੇਖ ਲਿਆ। ਆਖੋ ਸ੍ਰੀ ਵਾਹਿਗੁਰੂ। ਮੈਂ ਸਾਰਾ ਕੁਝ ਕਰਕੇ ਵੇਖ ਲਿਆ। ਸਹੁਰਾ ਤੋਬਰਾ, ਉਹ ਸਹੁੰ ਤੇ ਕਿਸੇ ਹੋਰ ਨੇ ਪ੍ਰਾਪਤ ਕੀਤਾ ਹੋਇਆ, ਉਹ ਤਾਂ ਉਹ ਹੀ ਰੂਹਾਂ ਹੋਰ ਹੀ ਨੇ ਜਿਹੜੀਆਂ ਉਸ ਵਾਹਿਗੁਰੂ ਨੂੰ ਗਲਵੱਕੜੀ ਪਾ ਬੈਠੀਆਂ ਨੇ, ਅਤੇ ਮੈਂ ਉਸ ਤੋਂ ਦੂਰ ਹਾਂ। ਨਾ ਮਨਿਆਰ ਨਾ ਚੂੜੀਆਂ, ਨਾ ਸੇ ਵੰਗੜੀਆਂ, ਜੋ ਸਹਿ ਕੰਠ ਨਾ ਲੱਗੀਆਂ, ਜਲਨ ਸੇ ਬਾੜੀਆਂ। ਮਹਾਰਾਜ ਕਹਿੰਦੇ ਨਾ ਤਾਂ ਉਹੋ ਜਿਹੇ ਮਨਿਆਰ ਮਿਲਦੇ ਨੇ ਜਿਹੜੇ ਸਾਡੇ ਹੱਥਾਂ ਵਿੱਚ ਉਹ ਭਗਤੀ ਪ੍ਰੇਮ ਸ਼ਰਧਾ ਦੀਆਂ ਚੂੜੀਆਂ ਪਾ ਲੈਣ, ਅਤੇ ਨਾ ਹੀ ਉਹ ਪ੍ਰੇਮਾ ਭਗਤੀ ਦੀਆਂ ਚੂੜੀਆਂ ਹਨ, ਨਾ ਹੀ ਉਹ ਵੰਗਾਂ ਹਨ। ਕਹਿੰਦੇ ਜਿਹੜੀਆਂ ਆਪਣੇ ਪਤੀ ਦੇ ਗਲ ਨਹੀਂ ਲੱਗੀਆਂ, ਉਹ ਬਾਹਾਂ ਹੀ ਸੜ ਜਾਣ, ਉਹਨਾਂ ਨੂੰ ਕਿੱਥੇ ਚੂੜੀਆਂ ਮਿਲਣੀਆਂ, ਕਿੱਥੇ ਉਹਨਾਂ ਦੇ ਹੱਥ ਵਿੱਚ ਸੁਹਾਗ ਦਾ ਚੂੜਾ ਪੈਣਾ। ਨਾ ਮਨਿਆਰ ਨਾ ਚੂੜੀਆਂ, ਨਾ ਸੇ ਵੰਗੜੀਆਂ, ਜੋ ਸਹਿ ਕੰਠ ਨਾ ਲੱਗੀਆਂ। ਜਿਹੜੀਆਂ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਪਤੀ ਦੇ ਲੜ ਨਹੀਂ ਲੱਗੀਆਂ, ਜਲਨ ਸੇ ਬਾਹੜੀਆਂ, ਉਹ ਬਾਹਾਂ ਸੜਦੀਆਂ ਰਹਿੰਦੀਆਂ ਨੇ। ਸਭ ਸਈਆਂ ਸੌ ਰਾਵਣ ਗਈਆਂ, ਹਉ ਦਾਧੀ ਕੈ ਦਰ ਜਾਵਾਂ। ਸਾਰੀਆਂ ਸਈਆਂ ਤੇ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਕਰਨ ਗਈਆਂ, ਪਰ ਮੈਂ ਸੜੀ ਹੋਈ ਕਰਮਾਂ ਦੀ ਮਾਰੀ ਹੋਈ ਕਿੱਥੇ ਜਾਵਾਂ। ਦਾਦੀ ਦਾ ਅਰਥ ਹੁੰਦਾ ਸੜੀ ਹੋਈ। ਮੈਂ ਕਰਮਾਂ ਦੀ ਸੜੀ ਹੋਈ ਹਾਂ, ਮੇਰੇ ਲੇਖ ਸੜੇ ਹੋਏ ਨੇ, ਮੈਂ ਕਿਹੜੇ ਦਰ 'ਤੇ ਜਾਵਾਂ। ਆ ਮਾਲੀ ਹਉ ਖਰੀ ਸੁਚੱਜੀ, ਤੈਸਾ ਏਕ ਨ ਭਾਵਾਂ। ਹੇ ਸਖੀ, ਮੈਂ ਆਪਣੇ ਆਪ ਵਿੱਚ ਬੜੀ ਸੁਚੱਜੀ ਹਾਂ, ਬੜੀ ਸਿਆਣੀ ਹਾਂ। ਮੈਂ ਆਪਣੇ ਆਪ ਨਾਲ ਗੱਲਾਂ ਬਾਤਾਂ ਨਾਲ ਤਾਂ ਮੈਂ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦੀ, ਪਰ ਮੇਰਾ ਸੁਚੱਜਪੁਣਾ ਕੀ ਕਰੇਗਾ। ਮੇਰੇ ਸਹੁੰ ਨੂੰ ਤਾਂ ਇੱਕ ਵੀ ਗੱਲ ਮੇਰੀ ਚੰਗੀ ਨਹੀਂ ਲੱਗਦੀ। ਤੈਸਾ ਏਕ ਨ ਭਾਵਾਂ। ਭਾਵੇਂ ਮੈਂ 16 ਸ਼ਿੰਗਾਰ ਕੀਤੇ ਨੇ, 32 ਲੱਛਣ ਨੇ, 64 ਕਲਾ ਦੀ ਮਾਲਕ ਬਣੀ ਫਿਰਦੀ ਹਾਂ ਆਪਣੇ ਆਪ ਵਿੱਚ, ਪਰ ਪਤੀ ਨੂੰ ਇੱਕ ਵੀ ਗੱਲ ਚੰਗੀ ਨਹੀਂ ਲੱਗਦੀ। ਤਾਂ ਫਿਰ ਮੇਰਾ ਉਹ ਸ਼ਿੰਗਾਰ, ਮੇਰਾ ਉਹ ਹਾਰ, ਮੇਰੇ ਉਹ ਗਹਿਣੇ, ਮੇਰੇ ਉਹ ਕੱਪੜੇ ਕਿਹੜੇ ਕੰਮ ਦੇ ਹਨ? ਕਿਸੇ ਕੰਮ ਦੇ ਨਹੀਂ। ਮਾਠ ਗੁਦਾਈ ਪੱਟੀਆਂ, ਭਰੀਐ ਮਾਂਗ ਸੰਧੂਰੇ। ਸਿਰ ਦੀਆਂ ਗੁੱਤਾਂ ਪੱਟੀਆਂ ਬਰੀਕ ਬਰੀਕ ਵਾਲਾਂ ਦੀਆਂ ਬਣਾ ਕੇ ਸਿਰ ਦੇ ਉੱਤੇ ਮੈਂ ਗੁੰਦ ਲਈਆਂ। ਭਾਵ ਸਿਰ ਦੇ ਵਾਲਾਂ ਨੂੰ, ਕੇਸਾਂ ਨੂੰ ਪਹਿਲਾਂ ਇਸ਼ਨਾਨ ਕੇਸੀ ਕੀਤਾ, ਫਿਰ ਬੜਾ ਸੋਹਣਾ ਤੇਲ ਲਾ ਕੇ ਵਾਹ ਕੇ, ਫਿਰ ਬਰੀਕ ਬਰੀਕ ਛੋਟੀਆਂ ਛੋਟੀਆਂ ਗੁੱਤਾਂ, ਛੋਟੀਆਂ ਛੋਟੀਆਂ ਪੱਟੀਆਂ ਗੁੰਦੀਆਂ। ਵੱਡੀ ਗੁੱਤ ਹੁੰਦੀ ਹੈ, ਛੋਟੀ ਨੂੰ ਪੱਟੀਆਂ ਕਹਿੰਦੇ। ਜਿਹੜੀ ਨਿੱਕੀ ਨਿੱਕੀ ਉਹ ਕਈ ਇੱਥੇ ਤਾਂ ਬਹੁਤ ਲੋਕ ਬਣਾਈ ਫਿਰਦੇ ਹੁੰਦੇ ਆ, 8-8, 10-10, 20-20, ਉਹਨੂੰ ਪੱਟੀਆਂ ਕਹਿੰਦੇ। ਕਹਿੰਦੇ ਮੈਂ ਪੱਟੀਆਂ ਗੁੰਦਾ ਲਈਆਂ, ਆਪਣੇ ਸਿਰ ਨੂੰ ਗੁੰਦ ਲਿਆ। ਭਰੀਐ ਮਾਂਗ ਸੰਧੂਰੇ, ਅਤੇ ਮਾਂਗ ਵਿੱਚ ਮੈਂ ਸੰਧੂਰ ਵੀ ਪਾਇਆ। ਸੰਧੂਰ ਜਿਹੜਾ ਹੁੰਦਾ
ਉਹ ਸੁਹਾਗ ਦੀ ਨਿਸ਼ਾਨੀ ਮੰਨੀ ਜਾਂਦੀ। ਪਤੀ ਆਪਣੀ ਪਤਨੀ ਦੀ ਮਾਂਗ ਭਰ ਦਿੰਦਾ ਸੰਧੂਰ ਨਾਲ, ਉੱਥੋਂ ਪਤਾ ਲੱਗ ਜਾਂਦਾ ਵੀ ਇਹ ਵਿਆਹੀ ਹੋਈ ਹੈ, ਇਹ ਕਿਸੇ ਦੀ ਇਹ ਸੁਹਾਗਣ ਹੈ। ਜਿਹੜੀ ਕੁਆਰੀ ਲੜਕੀ ਹੁੰਦੀ ਉਹ ਸੰਧੂਰ ਨਹੀਂ ਸਿਰ ਨੂੰ ਪਾਉਂਦੀ। ਸੋ ਕਹਿੰਦੇ ਮੈਂ ਆਪਣੀਆਂ ਪੱਟੀਆਂ ਗੁੰਦਾਈਆਂ, ਸਿਰ ਦੇ ਵਿੱਚ ਮਾਂਗ ਵਿੱਚ ਸੰਧੂਰ ਵੀ ਪਿਆ, ਅੱਗੇ ਗਈ ਨਾ ਮੰਨੀਆਂ ਮਰੋ ਵਿਸੂਰ ਵਿਸੂਰੇ। ਪਰ ਜਦੋਂ ਮੈਂ ਸਹੁਰੇ ਗਈ ਤੇ ਅੱਗੇ ਮੇਰੇ ਸੰਧੂਰ ਨੂੰ ਕੋਈ ਮਾਨਤਾ ਨਹੀਂ ਮਿਲੀ, ਮੈਂ ਝੂਰ ਝੂਰ ਕੇ ਮਰਦੀ। ਉਹਦਾ ਕਾਰਨ ਇਹ ਹੈ ਵੀ ਮੈਂ ਅੰਦਰੋਂ ਪ੍ਰੇਮਾ ਭਗਤੀ ਵੱਲੋਂ ਖਾਲੀ ਹਾਂ, ਬਾਹਰੋਂ ਮੈਂ ਕੱਪੜੇ ਸੁਹਾਗਣਾ ਵਾਲੇ ਪਾ ਲਏ ਨੇ, ਇਸ ਕਰਕੇ ਉੱਥੇ ਮੇਰੀ ਗੱਲ ਨਹੀਂ ਬਣਦੀ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇਰੂ। ਮੈਂ ਰੋ ਰਹੀ ਹਾਂ, ਜਦੋਂ ਮੈਂ ਰੋ ਰਹੀ ਹਾਂ ਤੇ ਮੈਨੂੰ ਸਾਰਾ ਸੰਸਾਰ ਰੋਂਦਾ ਦਿਸਦਾ ਹੈ, ਅਤੇ ਮੇਰੇ ਵਾਸਤੇ ਵਣ ਦੇ ਪੰਖੇਰੂ ਵੀ ਰੋਂਦੇ ਹਨ, ਸਾਰੀ ਸ੍ਰਿਸ਼ਟੀ ਰੋ ਰਹੀ ਹੈ। ਇੱਕ ਨਾ ਰੋਨਾ ਮੇਰੇ ਤਨ ਕਾ ਬਿਰਹਾ, ਜਿਨਹੋ ਪਿਰੋ ਵਿਛੋੜੀ। ਇੱਕ ਨਹੀਂ ਰੋਇਆ ਤੇ ਮੇਰਾ ਇਹ ਦੇਹ ਅਧਿਆਸ ਨਹੀਂ ਰੋਇਆ, ਇਹ ਦੇਹ ਅਧਿਆਸ ਨੇ ਮੈਨੂੰ ਵਿਛੋੜਿਆ ਹੋਇਆ। ਆਖੋ ਸ੍ਰੀ ਵਾਹਿਗੁਰੂ। ਤਨ ਕਾ ਬਿਰਹਾ, ਇਹ ਜਿਹੜਾ ਸਰੀਰ ਹੈ, ਇਹ ਮੈਂ ਸਰੀਰ ਹਾਂ, ਆਪਣੇ ਆਪ ਨੂੰ ਸਰੀਰ ਸਮਝ ਲੈਣਾ। ਮੈਂ ਇਹ ਸਰੀਰ ਮੈਂ ਹਾਂ, ਇਹ ਸਰੀਰ ਮੇਰਾ ਹੈ, ਇਹਨੂੰ ਦੇਹ ਅਧਿਆਸ ਕਹਿੰਦੇ। ਜਿਵੇਂ ਸਾਧ ਸੰਗਤ ਜੀ ਲੋਹਾ ਅੱਗ 'ਚ ਪਾ ਦਈਏ ਅਤੇ ਅੱਗ ਬਣ ਜਾਂਦਾ ਹੈ, ਅਤੇ ਹੁਣ ਅੱਗ ਵਰਗਾ ਬਣ ਜਾਂਦਾ ਹੈ, ਪਰ ਜਦੋਂ ਅੱਗ ਤੋਂ ਕੱਢੋਗੇ ਫਿਰ ਲੋਹਾ ਹੈ। ਇਸ ਕਰਕੇ ਆਤਮਾ ਅਤੇ ਸਰੀਰ ਲੋਹਾ ਅਤੇ ਅੱਗ ਦੀ ਤਰ੍ਹਾਂ ਇੱਕ ਹੋਏ ਪਏ। ਅਧਿਆਸ ਇੱਦਾਂ ਦਾ ਬਣਿਆ ਪਿਆ, ਸਾਰਿਆਂ ਨੂੰ ਚਿੰਤਨ ਹੈ ਮੈਂ ਹਾਂ। ਫੋਟੋ ਵੀ ਆਪਣੀ ਸਕੂਲ ਦੀ ਦਿਖਾਉਂਦਾ, ਆਹ ਦੇਖੋ ਕੌਣ, ਮੈਂ ਕਿੱਥੇ ਖੜ੍ਹਾ, ਕਹਿੰਦਾ ਆਹ ਖੜ੍ਹਾ। ਉਹ ਸਰੀਰ ਨੂੰ ਮੈਂ ਕਹਿੰਦਾ। ਸਰੀਰ ਤਾਂ ਇੱਕ ਮਿਲਿਆ ਹੋਇਆ ਕਿਰਾਏ ਦਾ ਮਕਾਨ ਹੈ। ਮਹਾਰਾਜ ਕਹਿੰਦੇ ਇਹ ਨਹੀਂ ਛੁੱਟਿਆ। ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਹੜੀ ਦੇਹ ਵਾਸਤੇ ਪ੍ਰੀਤੀ ਹੈ, ਇਹਨੂੰ 3 ਟਾਈਮ ਰੋਟੀ ਖਵਾਉਣੀ ਹੈ, ਇਹਨੂੰ ਵਧੀਆ ਮੰਜਾ ਬਿਸਤਰਾ ਦਵਾਉਣਾ, ਇਹਦੇ ਵਾਸਤੇ ਗੱਡੀ ਵਧੀਆ ਖਰੀਦਣੀ ਹੈ, ਇਹਦੇ ਲਈ ਕੱਪੜੇ ਬੜੇ ਬ੍ਰੈਂਡਡ ਪਾਉਣੇ ਨੇ, ਇਹਦੇ ਵਾਸਤੇ ਪਤਨੀ ਬੜੀ ਸੁੰਦਰ ਲੈ ਕੇ ਆਉਣੀ ਹੈ, ਇਹਦੇ ਵਾਸਤੇ ਬੱਚੇ ਪੈਦਾ ਕਰਨੇ ਨੇ, ਇਹਦੇ ਵਾਸਤੇ ਰਿਸ਼ਤੇ ਨਾਤੇ ਨੇ, ਸਾਰਾ ਕੁਝ ਇਹ ਸਰੀਰ ਵਾਸਤੇ ਹੈ। ਮੈਂ ਰੋਵੰਦੀ ਸਭ ਜਗ ਰੁਨਾ, ਮੈਂ ਰੋਨੀ ਹਾਂ, ਸਭ ਸੰਸਾਰ ਰੋਂਦਾ। ਕਹਿੰਦੇ ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ। ਸਾਰੀ ਸ੍ਰਿਸ਼ਟੀ ਰੋ ਰਹੀ, ਪਰ ਇੱਕ ਮੇਰਾ ਆਹ ਜਿਹੜਾ ਦੇਹ ਅਧਿਆਸ ਹੈ ਇਹ ਨਹੀਂ ਰੋਇਆ। ਜਿਨਹੋਂ ਪਿਰੋਂ ਵਿਛੋੜੀ, ਜਿਹਨੇ ਮੈਨੂੰ ਆਪਣੇ ਪਿਆਰੇ ਤੋਂ ਵਿਛੋੜਿਆ ਹੈ। ਸੋ ਇੰਨਾ ਹੀ ਬਚਨ ਪ੍ਰਵਾਨ ਕਰੋ। ਇਹ ਸ਼ਬਦ ਦੀਆਂ ਕੁਝ ਪੰਕਤੀਆਂ ਰਹਿੰਦੀਆਂ, ਕੱਲ੍ਹ ਦੇ ਪ੍ਰਕਰਣਾਂ 'ਚ ਮਹਾਰਾਜ ਕਿਰਪਾ ਕਰਨਗੇ, ਕਿਉਂਕਿ ਹਰ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬੜੀ ਡੂੰਘੀ ਹੁੰਦੀ ਹੈ ਅਤੇ ਉਡਾਰੀਆਂ ਬੜੀਆਂ ਉੱਚੀਆਂ ਨੇ। ਕਈ ਵਾਰੀ ਇਹਨਾਂ ਸ਼ਬਦਾਂ ਦੀ ਵਿਆਖਿਆ ਨਹੀਂ ਹੋ ਸਕਦੀ, ਇਹ ਗਾਏ ਜਾਂਦੇ ਆ, ਗਾ ਗਾ ਕੇ ਅਤੇ ਬਸ ਫਿਰ ਉਸੇ ਆਨੰਦ ਵਿੱਚ ਲੀਨ ਹੋਣਾ ਹੁੰਦਾ ਹੈ। ਸੋ ਜੇ ਕੋਈ ਕਹੇ ਵੀ ਇਹਦੀ ਅਰਥ ਕਰਕੇ ਆਪਾਂ ਸਮਝ ਲਾਂਗੇ, ਅਰਥਾਂ ਨਾਲ ਨਹੀਂ ਸਮਝ ਆਉਣੀ। ਇਹ ਤਾਂ ਜੀਣਾ ਪੈਂਦਾ ਬਾਣੀ ਨੂੰ। ਜਦੋਂ ਬਾਣੀ ਨੂੰ ਆਪਣੀ ਰੂਹ ਵਿੱਚ ਉਤਾਰਾਂਗੇ, ਫਿਰ ਉਸ ਅਕਾਲ ਪੁਰਖ ਨਾਲ ਸੁਰਤੀ ਜੁੜੇਗੀ, ਕੋਈ ਗੱਲ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਧੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਹੈ ਨਾਨਕ ਆਨੰਦ ਹੋਆ। ਏ ਮਨ ਮੇਰਿਆ ਨਾਲੋ ਤੂੰ ਮਨ ਮੇਰੇ, ਅੰਗੀਕਾਰੋ ਕਰੇ ਤੇਰਾ। ਸਭਨਾ ਗੱਲਾਂ ਸਮਰੱਥ ਸੁਆਮੀ, ਕਹਿ ਨਾਨਕ ਮਨ ਮੇਰੇ। ਸਾਚੇ ਸਾਹਿਬਾ ਘਰ ਤਾਂ ਤੇਰਾ ਸਭ ਕੁਛ ਹੈ, ਸਦਾ ਸਿਵ ਸਲਾਹ ਤੇਰੀ। ਨਾਮ ਜਿਨ ਕੇ ਮਨ ਵਸਿਆ, ਕਹਿ ਨਾਨਕ ਸੱਚੇ ਸਾਹਿਬ। ਸਾਚਾ ਨਾਮ ਮੇਰਾ ਆਧਾਰੋ, ਭੁੱਖਾਂ ਸਭ ਗਵਾਈਆਂ,
ਜਿਨ ਇੱਛਾ ਸਭ ਪੁਜਾਈਆਂ, ਜਿਸ ਦੀਆਂ ਇਹ ਵਡਿਆਈਆਂ। ਸ਼ਬਦ ਧਰੋ ਪਿਆਰੋ ਸੱਚ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਕਲਾ ਜਿਤ ਕਰ ਧਾਰੀਆ, ਪਾਲਕੰਟਕ ਮਾਰਿਆ ਤੁਰਕ। ਕਹਿ ਨਾਨਕ ਤੈ ਸੁਖ ਹੋਆ, ਆਨੰਦ ਸੁਣੋ ਬੜ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ। ਆਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਪੂਰੇ ਗੁਰ ਤੇ ਜਾਣੀ। ਸੁਣਤੇ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੁਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ। ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।